ਹੈਲੋ एवरीवन ਵੈਲਕਮ ਟੂ ਵਿਕਟਰਸ ਨੌਲੇਜ ਦਿਸ ਇਜ਼ ਚੀਨੂ ਸ਼ਰਮਾ। ਸੋ ਨਿਊ ਈਅਰ ਉੱਤੇ ਆਪਾਂ ਨੂੰ ਬਹੁਤ ਵਧੀਆ ਗਿਫਟ ਮਿਲ ਚੁੱਕੇ ਨੇ ਸਰਕਾਰ ਵੱਲੋਂ। ਸੋ ਦੋ ਪੇਪਰ ਆਊਟ ਹੋ ਚੁੱਕੇ ਨੇ, ਐਕਸਾਈਜ਼ ਇੰਸਪੈਕਟਰ ਤੇ ਨਾਲ ਹੀ ਪੰਜਾਬ ਪੀਸੀਐਸ। ਸੋ ਜਿਹਦੀ ਆਈ ਵੁੱਡ ਸੇ ਕਿ 90-95% ਸਟੂਡੈਂਟਸ ਨੂੰ ਪਿਛਲੇ 3 ਸਾਲਾਂ ਤੋਂ ਸਿਰਫ ਇਸੇ ਪੇਪਰ ਦੀ ਵੇਟ ਸੀ। ਸੋ ਹੁਣੇ ਵੇਟ ਖਤਮ ਹੋ ਚੁੱਕੀ ਹੈ, ਪਰ ਹੁਣ ਜਿਹੜੇ ਦੋ ਐਗਜ਼ਾਮ ਨੇ ਦੋਨੋਂ ਆਪਾਂ ਨੂੰ ਪਤਾ ਹੈ ਕਿ ਇਕੁਅਲ ਇੰਪੋਰਟੈਂਟ ਨੇ। ਤੁਸੀਂ ਆਪਣੀ ਇੱਕ ਸਮਾਰਟ ਸਟ੍ਰੈਟਜੀ ਬਣਾ ਕੇ ਤਿਆਰੀ ਕਰਨੀ ਹੈ। ਸੋ ਅੱਜ ਦੇ ਇਸ ਲੈਕਚਰ ਦੇ ਵਿੱਚ ਮੈਂ ਤੁਹਾਡੇ ਨਾਲ ਡਿਸਕਸ ਕਰੂੰਗੀ ਦੋਨੋਂ ਸਬਜੈਕਟਸ ਦਾ ਦੋਨੋਂ ਐਗਜ਼ਾਮਸ ਦਾ ਸਿਲੇਬਸ, ਕਾਮਨ ਸਬਜੈਕਟਸ ਕਿਹੜੇ ਨੇ, ਕਿਹੜੇ ਸਬਜੈਕਟ ਨੇ ਜਿਹੜੇ ਕਿ ਸਿਰਫ ਪੀਸੀਐਸ ਦੇ ਵਿੱਚ ਆਉਣੇ ਨੇ ਤੇ ਉਹਨਾਂ ਨੂੰ ਤੁਸੀਂ ਪ੍ਰਾਇੋਰਟੀ ਕਿਵੇਂ ਦੇਣੀ ਹੈ, ਪਹਿਲ ਦੇ ਤੌਰ ਤੇ ਤੁਸੀਂ ਕਿਹੜੇ ਸਬਜੈਕਟ ਕਵਰ ਕਰਨੇ ਨੇ। ਸੋ ਪੰਜਾਬ ਜੀਕੇ ਦਾ ਮੈਂ ਕੋਰਸ ਸਟਾਰਟ ਕਰਵਾ ਰਹੀ ਹਾਂ, ਸਬਜੈਕਟ ਵਾਈਜ਼ ਆਪਾਂ ਤਿਆਰੀ ਕਰ ਰਹੇ ਹਾਂ। ਸੋ ਉਹਦੀਆਂ ਡਿਟੇਲਸ ਮੈਂ ਆਲਰੇਡੀ ਪ੍ਰੀਵੀਅਸ ਲੈਕਚਰਸ ਦੇ ਵਿੱਚ ਸ਼ੇਅਰ ਕਰ ਚੁੱਕੀ ਹਾਂ। ਸੋ ਕੁਝ ਨਵੇਂ ਆਫਰ ਹੋਰ ਲੈ ਕੇ ਆਈ ਹਾਂ ਮੈਂ ਤੁਹਾਡੇ ਲਈ ਨਿਊ ਈਅਰ ਉੱਤੇ। ਸੋ ਉਹ ਸਾਰੇ ਲੈਕਚਰ ਦੇ ਐਂਡ ਵਿੱਚ ਮੈਂ ਮੈਂਸ਼ਨ ਕੀਤੇ ਹੋਏ ਨੇ। ਸੋ ਨਾਓ ਲੈਟਸ ਬਿਗਿਨ। ਓਕੇ, ਸੋ ਸਭ ਤੋਂ ਪਹਿਲਾਂ ਹੁਣ ਆਪਾਂ ਦੇਖਾਂਗੇ ਸਿਲੇਬਸ ਪੈਟਰਨ ਕੀ ਹੈ, ਕੀ ਚੀਜ਼ਾਂ ਚੇਂਜ ਹੋਈਆਂ ਨੇ। ਸੋ ਗੱਲ ਕਰਾਂਗੇ ਪੀਪੀਐਸਸੀ ਪੀਸੀਐਸ ਐਗਜ਼ਾਮ ਦੀ। ਸੋ ਜਿਹੜਾ ਪੀਸੀਐਸ ਐਗਜ਼ਾਮ ਹੈ ਇਹਦੀਆਂ ਜਿਹੜੀਆਂ ਸੀਟਸ ਨੇ ਸੋ ਉਹ ਨਿਕਲੀਆਂ ਨੇ ਟੋਟਲ 322। ਸੋ ਬਹੁਤ ਵਧੀਆ ਨੰਬਰ ਹੈ, ਬਹੁਤ ਵਧੀਆ ਮੌਕਾ ਹੈ। ਸੋ 2025 ਦਾ ਮੈਂ ਕਹੂੰਗੀ ਇੱਕ ਬਹੁਤ ਹੀ ਬੈਸਟ ਸਟਾਰਟਿੰਗ ਹੋਈ ਹੈ ਸਾਲ ਦੀ। ਸੋ 322 ਪੋਸਟਾਂ ਨੇ ਤੇ ਇਹਦੇ ਵਿੱਚ ਨਵੀਆਂ ਪੋਸਟਾਂ ਐਡ ਕੀਤੀਆਂ ਨੇ, ਜਿਵੇਂ ਆਪਾਂ ਇੱਥੇ ਦੇਖ ਸਕਦੇ ਹਾਂ ਅਸਿਸਟੈਂਟ ਰਜਿਸਟਰਾਰ ਕੋਆਪਰੇਟਿਵ ਸੁਸਾਇਟੀ, ਲੇਬਰ ਕਮ ਕੰਸੀਲੀਏਸ਼ਨ ਆਫਿਸਰ ਹੋ ਗਏ, ਇੰਪਲੋਇਮੈਂਟ ਜਨਰੇਸ਼ਨ ਸਕਿੱਲ ਡਿਵੈਲਪਮੈਂਟ। ਸੋ ਇਹ ਨਵੀਆਂ ਪੋਸਟਾਂ ਐਡ ਕੀਤੀਆਂ ਨੇ। ਸੋ ਟੋਟਲ 322, ਬਹੁਤ ਵਧੀਆ ਮੌਕਾ ਹੈ। ਹੁਣ ਜਿਹੜਾ ਪੇਪਰ ਹੈ ਬਹੁਤ ਮੇਜਰ ਚੇਂਜ ਆਈ ਹੈ ਤੇ ਕਾਫੀ ਸਮੇਂ ਤੋਂ ਇਸ ਚੇਂਜ ਦੀ ਰਿਕੁਐਸਟ ਕਰ ਰਹੇ ਸੀ। ਸੋ ਹੁਣ ਜਿਹੜਾ ਪ੍ਰੀਲਿਮ ਪੇਪਰ ਹੈ, ਦੋ ਹੀ ਪੇਪਰ ਹੋਣਗੇ। ਜਿਵੇਂ ਪਹਿਲਾਂ ਹੁੰਦੇ ਸੀ 2-2 ਘੰਟੇ ਦੇ ਇੱਕੋ ਦਿਨ ਦੇ ਵਿੱਚ, ਸਵੇਰੇ ਪਹਿਲਾਂ ਇੱਕ ਸੈਸ਼ਨ ਦੇ ਵਿੱਚ ਜੀਐਸ ਦਾ ਪੇਪਰ, ਫਿਰ ਈਵਨਿੰਗ ਆਫਟਰਨੂਨ ਸੈਸ਼ਨ ਦੇ ਵਿੱਚ ਸੀਸੈਟ। ਹੁਣ ਇਹਨਾਂ ਨੇ ਕੀ ਕੀਤਾ ਹੈ, ਜਿਹੜਾ ਸੀਸੈਟ ਪੇਪਰ ਹੈ ਇਹਨੂੰ ਕੁਆਲੀਫਾਈ ਕਰਤਾ। ਜਿਹੜੇ ਇਹ 80 ਕੁਐਸਚਨ ਆਉਣੇ ਨੇ, 2.5 ਨੰਬਰ ਦਾ ਇੱਕ ਕੁਐਸਚਨ, ਟੋਟਲ 200। ਤੁਸੀਂ ਪ੍ਰੀਲਿਮ ਕੁਆਲੀਫਾਈ ਕਰਨ ਦੇ ਲਈ, ਉਰੇ ਆਪਾਂ ਗੱਲ ਕਰ ਰਹੇ ਹਾਂ ਪਾਸ ਦੀ ਨਹੀਂ, ਸਿਰਫ ਕੁਆਲੀਫਾਈ ਕਰਨ ਦੀ। ਜੇ ਤੁਸੀਂ ਆਪਣੇ ਆਪ ਨੂੰ ਮੈਰਿਟ ਲਿਸਟ ਵਿੱਚ ਦੇਖਣਾ ਹੈ ਤਾਂ ਤੁਹਾਨੂੰ 40% ਨੰਬਰ, ਮਤਲਬ ਕਿ 80 ਮਾਰਕਸ ਮਿਨੀਮਮ ਇਸ ਪੇਪਰ 'ਚ ਚਾਹੀਦੇ ਨੇ। ਜੇ ਤੁਹਾਡੇ ਇੱਥੋਂ 80 ਨੰਬਰ ਆ ਗਏ, ਫਿਰ ਤੁਹਾਡੇ ਜਿੰਨੇ ਨੰਬਰ ਪੇਪਰ 1 'ਚੋਂ ਆਏ ਹੋਣਗੇ ਉਹਦੇ ਮੁਤਾਬਿਕ ਤੁਸੀਂ ਆਪਣੇ ਆਪ ਨੂੰ ਮੈਰਿਟ ਦੇ ਵਿੱਚ ਦੇਖੋਗੇ, ਤੁਹਾਡੀ ਰੈਂਕਿੰਗ ਹੋਊਗੀ, ਤੁਸੀਂ ਮੇਨਸ ਦੇ ਲਈ ਕੁਆਲੀਫਾਈ ਕਰੋਗੇ। ਸੋ ਨੈਗੇਟਿਵ ਮਾਰਕਿੰਗ ਨਹੀਂ ਹੈ, ਨਾ ਪੇਪਰ 1 'ਚ ਹੈ ਨਾ ਪੇਪਰ 2 'ਚ ਹੈ। ਪਹਿਲਾਂ ਕਾਫੀ ਸਾਰੇ ਗੱਲਾਂ ਚੱਲ ਰਹੀਆਂ ਸੀ, ਡਾਊਟ ਸੀ ਕਿ ਸ਼ਾਇਦ ਨੈਗੇਟਿਵ ਮਾਰਕਿੰਗ ਵੀ ਇਨਸਰਟ ਕੀਤੀ ਜਾਵੇ, ਬਟ ਦਿਮਾਗ 'ਚ ਰੱਖਣੇ ਤੁਸੀਂ ਇਹ ਚੀਜ਼ ਕਿ ਨੈਗੇਟਿਵ ਮਾਰਕਿੰਗ ਨਹੀਂ ਹੈ। ਸੋ ਹੁਣ ਆਪਾਂ ਨੇ ਫੋਕਸ ਕਰਨਾ ਹੈ ਮੇਨਲੀ ਪੀਸੀਐਸ ਦੇ ਪੇਪਰ ਲਈ ਜੀਐਸ ਉੱਤੇ। So there will be no negative marking in the written preliminary examination test. So moving further, PCS prelims ਦਾ syllabus ਕੀ ਹੈ। ਸੋ ਪਹਿਲਾਂ ਵੀ ਮੈਂ ਬਹੁਤ ਵਾਰੀ ਸਟ੍ਰੈਟਜੀ, ਸੈਲਫ ਸਟੱਡੀ ਸਟ੍ਰੈਟਜੀ ਤੁਹਾਡੇ ਨਾਲ ਡਿਸਕਸ ਕਰ ਚੁੱਕੀ ਹਾਂ। ਸੋ ਜਿਹੜਾ ਸਿਲੇਬਸ ਹੈ ਬਹੁਤ ਬੇਸਿਕ ਹੈ, ਰੈਪੀਟੇਟਿਵ ਹੈ। ਚਾਹੇ ਤੁਸੀਂ ਐਕਸਾਈਜ਼ ਇੰਸਪੈਕਟਰ ਦੀ ਗੱਲ ਕਰ ਲਓ, ਕਿਸੇ ਹੋਰ ਪੀਪੀਐਸਸੀ ਦੇ ਪੇਪਰ ਦੀ ਗੱਲ ਕਰ ਲਓ, ਆਲਮੋਸਟ ਸਿਮਿਲਰ ਸਿਲੇਬਸ ਹੈ। ਪਰ ਹੁਣ ਜੇ ਤੁਸੀਂ ਪੀਸੀਐਸ ਪ੍ਰੀਲਿਮ ਕਲੀਅਰ ਕਰਨਾ ਹੈ ਤਾਂ ਉਹਦੇ ਲਈ ਤੁਹਾਨੂੰ 2-3 ਇਹੋ ਜਿਹੇ ਡਿਫਰੈਂਟ ਸਬਜੈਕਟ ਨੇ ਜਿਨ੍ਹਾਂ ਉੱਤੇ ਮੇਨ ਫੋਕਸ ਕਰਨਾ ਪੈਣਾ। ਸੋ ਉਹ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸੂਗੀ। ਸੋ ਇੱਕ ਵਾਰੀ ਮੈਂ ਤੁਹਾਨੂੰ ਸਬਜੈਕਟ ਦੱਸ ਦਿੰਦੀ ਹਾਂ। ਸਾਇੰਸ ਆਉਣੀ ਹੈ, एनवायरमेंट, पॉलिटिकल थ्योरी, इंडियन पॉलिटी, हिस्ट्री ऑफ इंडिया, वर्ल्ड हिस्ट्री, इंडियन इकोनॉमी, जोग्राफी, करंट अफेयर, पंजाब जीके। सो हुण पंजाब जीके थोड़े ਜਿਹੀ वर्डिंग चेंज ਹੋਈਆਂ ਨੇ, ਥੋੜੇ ਜਿਹੇ ਸਿਲੇਬਸ ਦੇ ਵਿੱਚ ਡੀਟੇਲ ਇਹਨਾਂ ਨੇ ਪਾਈ ਹੈ ਤੇ ਇਹ ਮੇਨ ਫੋਕਸ ਕਰਨ ਵਾਲਾ ਸਬਜੈਕਟ ਹੈ। ਕਿਉਂਕਿ ਪਹਿਲੀ ਵਾਰੀ 2025 ਦੇ ਪੀਸੀਐਸ ਵਿੱਚ ਮੇਨਸ ਦੇ ਵਿੱਚ ਪੰਜਾਬ ਜੀਕੇ ਨੂੰ ਐਡ ਕੀਤਾ ਹੈ। ਸੋ ਜਦੋਂ ਵੀ ਕੋਈ ਚੀਜ਼ ਪਹਿਲੀ ਵਾਰੀ ਐਡ ਕੀਤੀ ਜਾਂਦੀ ਹੈ ਤਾਂ ਚਾਂਸਸ ਹੁੰਦੇ ਨੇ ਕਿ ਉਹ ਜਾਣਬੁੱਝ ਕੇ ਸਪੈਸ਼ਲ ਫੋਕਸ ਕਰਨ ਦੇ ਲਈ ਐਡ ਕੀਤੀ ਹੈ ਤੇ ਇਹਦੇ ਚੋਂ ਕੁਐਸਚਨ ਜ਼ਿਆਦਾ ਆਉਣ ਦੇ ਚਾਂਸਸ ਹੈ। ਸੋ ਸੀਸੈਟ ਹੁਣ ਕੁਆਲੀਫਾਈਂਗ ਹੈ, ਸੋ ਤੁਹਾਨੂੰ ਇਹਦੀ ਜ਼ਿਆਦਾ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ। ਤੁਸੀਂ ਜੇ ਪੰਜਾਬੀ ਇੰਗਲਿਸ਼ ਦੇ ਵਿੱਚ ਜ਼ਿਆਦਾ ਕੰਫਰਟੇਬਲ ਹੋ, ਇਹਦੇ ਉੱਤੇ ਮੇਨ ਫੋਕਸ ਕਰ ਲਓ। ਇਹ ਜਿਹੜਾ ਇੰਟਰਪਰਸਨਲ ਸਕਿੱਲ ਵਾਲਾ ਪਾਰਟ ਹੈ
ਇੱਕ ਵਾਰੀ ਇਹਦੇ ਚੋਂ 5-6 ਕੁਐਸਚਨ ਆਏ ਸੀ ਇਕੱਲੇ ਇਸੇ ਚੋਂ। ਸੋ ਤੁਸੀਂ ਦੇਖ ਸਕਦੇ ਹੋ ਕਿ ਜੇ ਤੁਹਾਡੇ 5-6 ਕੁਐਸਚਨ ਠੀਕ ਹੋ ਗਏ, 2.5 ਨੰਬਰਾਂ ਦਾ ਇੱਕ ਕੁਐਸਚਨ ਹੈ, ਤਾਂ ਤੁਸੀਂ ਆਰਾਮ ਨਾਲ ਆਪਣੇ 15-20 ਨੰਬਰ ਤਾਂ ਸਿਰਫ ਇਸੇ ਚੀਜ਼ ਚੋਂ ਲੈ ਸਕਦੇ ਹੋ, ਤੇ ਤੁਹਾਨੂੰ ਕੁਆਲੀਫਾਈ ਕਰਨ ਦੇ ਲਈ ਸੀਸੈਟ ਬਿਲਕੁਲ ਵੀ ਦਿੱਕਤ ਨਹੀਂ ਆਊਗੀ, ਤੇ ਇਹ ਸਾਰਾ ਕੁਝ ਮੈਂ ਕਵਰ ਕਰਵਾਉਂਗੀ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਐਕਸਾਈਜ਼ ਇੰਸਪੈਕਟਰ ਐਗਜ਼ਾਮ ਦੀ, ਕਿਉਂਕਿ ਇਹ ਦੋਨੋਂ ਹੀ 2025 ਦੇ ਮੰਨ ਲਓ ਕਿ ਸਭ ਤੋਂ ਵੱਡੇ ਅਹਿਮ ਇੰਪੋਰਟੈਂਟ ਪੇਪਰ ਨੇ। ਇਹਦੀਆਂ ਜਿਹੜੀਆਂ ਸੀਟਸ ਨੇ ਥੋੜ੍ਹੀਆਂ ਘੱਟ ਨੇ, 41 ਸੀਟਾਂ ਨੇ ਸਿਰਫ, ਪੀਸੀਐਸ ਦੇ ਲਈ 322, ਤੇ ਪੀਸੀਐਸ ਦਾ ਜਿਹੜਾ ਪੇਪਰ ਹੈ, ਸੋ ਉੱਥੇ ਆਪਾਂ ਨੂੰ ਪਤਾ ਹੈ ਕਿ ਬਹੁਤ ਸਾਰੀਆਂ ਅਲੱਗ-ਅਲੱਗ ਪੋਸਟਾਂ ਨੇ, ਅਲੱਗ-ਅਲੱਗ ਪੋਜੀਸ਼ਨਸ ਨੇ। ਇੱਥੇ ਆਪਾਂ ਸਿਰਫ ਗੱਲ ਕਰ ਰਹੇ ਹਾਂ ਇੱਕ ਪੋਜੀਸ਼ਨ ਦੇ ਲਈ, ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ। ਸੋ ਸਿਲੇਬਸ ਆਲਮੋਸਟ ਸਿਮਿਲਰ, ਜਿਹੜਾ ਜੀਕੇ ਹੈ, ਸੋ ਇਹ ਤਾਂ ਸਾਰੇ ਦੇ ਸਾਰੇ ਸਬਜੈਕਟ ਹੀ ਪੀਸੀਐਸ ਦੇ ਵਿੱਚ ਕਵਰ ਹੋ ਜਾਣੇ ਨੇ। ਲੌਜੀਕਲ ਰੀਜ਼ਨਿੰਗ, ਮੈਂਟਲ ਐਬਿਲਿਟੀ, ਇੰਗਲਿਸ਼, ਪੰਜਾਬੀ, ਕੰਪਿਊਟਰ, ਪੰਜਾਬ ਹਿਸਟਰੀ ਕਲਚਰ 16 ਨੰਬਰਾਂ ਦਾ ਅਲੱਗ ਤੋਂ, ਤੇ ਜਿਹੜਾ ਪੰਜਾਬ ਹਿਸਟਰੀ ਕਲਚਰ ਹੈ, ਇਹ ਜਿਹੜਾ ਫਰਸਟ ਪਾਰਟ ਹੈ ਸਿਲੇਬਸ ਦਾ, ਇਹਦੇ ਵਿੱਚ ਵੀ ਹੈ। ਸੋ ਘੱਟੋ ਘੱਟ ਤੁਸੀਂ ਮੰਨ ਕੇ ਚੱਲੋ ਕਿ ਤੁਹਾਨੂੰ 19-20 ਕੁਐਸਚਨ ਤਾਂ ਪੰਜਾਬ ਜੀਕੇ ਚੋਂ ਹੀ ਆਉਣੇ ਨੇ ਐਕਸਾਈਜ਼ ਦੇ ਲਈ। ਸੋ ਇਸੇ ਲਈ ਜਿਹੜਾ ਮੈਂ ਸਟਾਰਟ ਕਰਵਾ ਰਹੀ ਹਾਂ ਤਿਆਰੀ ਤੁਹਾਨੂੰ ਇਹਨਾਂ ਦੋਨਾਂ ਪੇਪਰਾਂ ਦੀ, ਉਹ ਕੰਬਾਈਨਡ ਕੋਰਸਿਸ ਹੋਣਗੇ। ਦੋਨੋਂ ਪੇਪਰਾਂ ਦਾ ਸਿਲੇਬਸ ਕਵਰ ਕਰਵਾਇਆ ਜਾਊਗਾ, ਤੇ ਆਪਾਂ ਪੰਜਾਬ ਜੀਕੇ ਤੋਂ ਸ਼ੁਰੂਆਤ ਕਰ ਰਹੇ ਹਾਂ ਆਪਣੀ ਤਿਆਰੀ, ਕਿਉਂਕਿ ਪੰਜਾਬ ਜੀਕੇ ਚਾਹੇ ਪੀਸੀਐਸ ਹੈ ਚਾਹੇ PSSB ਹੈ, ਇਸ ਟਾਈਮ ਸਭ ਤੋਂ ਇੰਪੋਰਟੈਂਟ ਸਬਜੈਕਟ ਬਣ ਚੁੱਕਿਆ ਹੈ। ਤੇ ਜਿੰਨੇ ਵੀ ਪਹਿਲਾਂ ਮਾਰਕੀਟ ਦੇ ਵਿੱਚ ਕੋਈ ਨੋਟਸ ਨੇ, ਕੋਈ ਬੁੱਕਸ ਨੇ, ਤੁਸੀਂ ਆਪ ਮੇਰੇ ਕੋਰਸ ਦੀ ਜਿਹੜਾ ਮੈਂ ਡੈਮੋ ਪਾਇਆ ਹੋਇਆ ਤੁਸੀਂ ਮੈਚ ਕਰਕੇ ਦੇਖ ਸਕਦੇ ਹੋ ਕਿ ਹੁਣ ਆਊਟਡੇਟਡ ਹੋ ਚੁੱਕੇ ਨੇ। ਹੁਣ ਆਪਾਂ ਨੂੰ ਆਪਣੀ ਤਿਆਰੀ ਦਾ ਜਿਹੜਾ ਲੈਵਲ ਹੈ ਉਹ ਇੱਕ ਲੈਵਲ ਉੱਪਰ ਕਰਨ ਦੀ ਜ਼ਰੂਰਤ ਹੈ। ਸੋ ਇੱਥੇ ਵੀ ਹਿਸਟਰੀ ਆਫ ਪੰਜਾਬ ਹੈ, ਸੋ 2 ਵਾਰੀ ਇਹ ਸਿਲੇਬਸ ਦੇ ਵਿੱਚ ਹੈ। ਸੋ ਹੁਣ ਗੱਲ ਕਰਾਂਗੇ ਸਟ੍ਰੈਟੇਜੀ ਦੀ। ਸੋ ਨਾਓ ਕਮਸ ਸੈਲਫ ਸਟੱਡੀ। ਸੋ ਜੇ ਤੁਸੀਂ ਸੈਲਫ ਸਟੱਡੀ ਕਰ ਰਹੇ ਹੋ ਜਾਂ ਜੇ ਤੁਸੀਂ ਮੇਰੇ ਨਾਲ ਤਿਆਰੀ ਕਰਨੀ ਹੈ, ਸੋ ਮੈਂ ਇਹੀ ਸੇਮ ਜਿਹੜੀ ਸਟ੍ਰੈਟੇਜੀ ਉਹ ਫੋਲੋ ਕਰੂੰਗੀ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਕਿ ਕਾਮਨ ਸਬਜੈਕਟ ਕਿਹੜੇ ਨੇ ਜਿਹੜੇ ਐਕਸਾਈਜ਼ ਤੇ ਸਿਵਲ ਸਰਵਿਸਿਜ਼ ਪੀਸੀਐਸ ਐਗਜ਼ਾਮ ਦੋਨਾਂ ਦੇ ਵਿੱਚ ਆਉਣੇ ਨੇ। ਸੋ ਤੁਸੀਂ ਇਹਨਾਂ ਦੀ ਤਿਆਰੀ ਇਕੱਠੇ ਕਰ ਸਕਦੇ ਹੋ, ਪਰ ਇਹਦੇ ਵਿੱਚ ਮੈਂ ਤੁਹਾਨੂੰ ਕੁਝ ਪ੍ਰਾਇੋਰਟੀ ਦੱਸੂਗੀ ਕਿ ਤੁਸੀਂ ਪਹਿਲਾਂ ਕਿਹੜੇ ਸਬਜੈਕਟ ਕਵਰ ਕਰਨੇ ਨੇ। ਸੋ ਨੰਬਰ 1 ਤੇ ਇੰਪੋਰਟੈਂਟ ਹੈ ਪੰਜਾਬ ਜੀਕੇ। ਸੋ ਪੰਜਾਬ ਜੀਕੇ ਦਾ ਆਲਰੇਡੀ 6 ਜਨਵਰੀ ਤੋਂ ਕੋਰਸ ਮੈਂ ਸਟਾਰਟ ਕਰਵਾ ਰਹੀ ਹਾਂ। ਸੋ ਨੰਬਰ 2 ਤੇ ਪੋਲਿਟੀ, ਚਾਹੇ ਐਕਸਾਈਜ਼ ਇੰਸਪੈਕਟਰ ਹੈ ਚਾਹੇ ਪੀਸੀਐਸ ਦਾ ਕੋਈ ਪੇਪਰ ਹੈ, ਤੁਸੀਂ ਇਸ ਸਬਜੈਕਟ ਨੂੰ ਮਿਸ ਨਹੀਂ ਕਰ ਸਕਦੇ, ਕਿਉਂਕਿ ਬਹੁਤ ਹੀ ਈਜ਼ੀ ਸਬਜੈਕਟ ਹੈ। ਤੁਹਾਨੂੰ ਡਾਇਰੈਕਟਲੀ ਸਿੰਪਲ ਕੁਐਸਚਨ ਆਉਂਦੇ ਨੇ ਆਰਟੀਕਲਸ ਉੱਤੇ, ਤੇ ਤੁਸੀਂ ਇਹਦੇ ਚੋਂ ਪੂਰੇ ਦੇ ਪੂਰੇ ਨੰਬਰ ਲੈ ਸਕਦੇ ਹੋ। ਫਿਰ ਆਉਂਦੀ ਹੈ ਹਿਸਟਰੀ ਆਫ ਇੰਡੀਆ, ਅਗੇਨ ਨੰਬਰ 1 ਇੰਪੋਰਟੈਂਟ। ਨੈਕਸਟ ਆਉਂਦੇ ਨੇ ਕਰੰਟ ਅਫੇਅਰ। ਹੁਣ ਇੱਕ ਇੰਪੋਰਟੈਂਟ ਅਨਾਉਂਸਮੈਂਟ ਮੈਂ ਕਰਨੀ ਹੈ, ਜਿਹੜੇ ਸਟੂਡੈਂਟ ਪੰਜਾਬ ਜੀਕੇ ਦੇ ਕੋਰਸ ਵਿੱਚ ਮੇਰੇ ਨਾਲ ਐਨਰੋਲ ਕਰ ਰਹੇ ਨੇ, ਸੋ ਉਹਨਾਂ ਨੂੰ ਇੱਕ ਕਰੰਟ ਅਫੇਅਰ ਬਿਲਕੁਲ ਫ੍ਰੀ ਮਿਲਣਗੇ। ਸੋ ਵਿੱਚ ਮੈਂ ਨਾਲ ਜਿਵੇਂ ਪੰਜਾਬ ਜੀਕੇ ਕੋਰਸ ਚੱਲੂਗਾ, ਜਿਹੜੇ ਸਟੂਡੈਂਟਸ ਐਨਰੋਲਡ ਹੋਣਗੇ ਮੇਰੇ ਨਾਲ, ਉਹਨਾਂ ਨੂੰ ਵੀਡੀਓ ਲੈਕਚਰਸ ਕਰੰਟ ਅਫੇਅਰ ਉੱਤੇ ਮਿਲਣਗੇ ਜਨਵਰੀ 2024 ਤੋਂ ਸਟਾਰਟ ਹੋ ਕੇ। ਸੋ UPSC IAS ਲੈਵਲ ਦੇ ਹੋਣਗੇ। ਮੰਥਲੀ ਕਰੰਟ ਅਫੇਅਰ ਵੀ ਕਵਰ ਕਰਵਾਉਂਗੀ ਮੈਂ, ਨਾਲ ਤੁਹਾਨੂੰ MCQ ਵੀ ਮਿਲਣਗੇ ਮੰਥਲੀ ਕਰੰਟ ਅਫੇਅਰ ਦੇ ਪ੍ਰੈਕਟਿਸ ਕਰਨ ਦੇ ਲਈ। ਸੋ 2 ਸੋਰਸਿਸ IAS ਲੈਵਲ ਦੇ ਮਸਟ ਨੇ, ਕੋਈ ਵੀ ਪੇਪਰ ਹੈ, ਚਾਹੇ ਐਕਸਾਈਜ਼ ਦਾ ਪੇਪਰ ਹੈ ਚਾਹੇ ਆਪਣਾ ਨਾਰਮਲ ਕੋਈ ਹੋਰ ਪੇਪਰ ਹੈ। ਸੋ PCS ਸਿਵਲ ਸਰਵਿਸਿਜ਼ ਦਾ ਆਪਾਂ ਨੂੰ ਪਤਾ ਹੀ ਹੈ ਕਿ ਉਹਦੀ ਤਿਆਰੀ ਤਾਂ ਜੇ ਤੁਹਾਡੀ UPSC ਲੈਵਲ ਦੀ ਹੋਊਗੀ ਤਾਂ ਹੀ ਤੁਸੀਂ ਕਲੀਅਰ ਕਰ ਸਕਦੇ ਹੋ। ਸੋ ਉਸ ਤੋਂ ਬਾਅਦ ਆਉਂਦਾ ਇਕਨੋਮਿਕਸ, ਅਗੇਨ ਇੰਪੋਰਟੈਂਟ ਸਪੈਸ਼ਲੀ ਐਕਸਾਈਜ਼ ਦੇ ਲਈ। PCS ਵੀ ਬਹੁਤ ਇਹਦੇ 'ਚੋਂ ਕੁਐਸਚਨ ਪਾਉਂਦੀ ਹੈ, ਸਪੈਸ਼ਲੀ ਜਿਵੇਂ ਇਨਫਲੇਸ਼ਨ ਵਗੈਰਾ ਵਾਲੇ ਟੌਪਿਕ ਹੋ ਗਏ, ਇੰਪਲੋਇਮੈਂਟ ਹੋ ਗਿਆ, ਜਾਂ ਕੋਈ CPI ਇੰਡੈਕਸ ਹੋ ਗਿਆ, WPI, ਸੋ ਇੱਦਾਂ ਦੇ ਟੌਪਿਕ। ਤੇ ਮੋਸਟਲੀ ਕੀ ਹੁੰਦਾ, IAS UPSC ਦੇ ਜਿਹੜੇ ਪ੍ਰੀਵੀਅਸ ਈਅਰ ਕੁਐਸਚਨ ਨੇ ਉਹਨਾਂ 'ਚੋਂ ਬਹੁਤ ਰਿਪੀਟ ਹੁੰਦੇ ਨੇ ਇਕਨੋਮਿਕਸ ਦੇ ਕੁਐਸਚਨ। ਸੋ ਇਹ ਸਾਰੀਆਂ ਚੀਜ਼ਾਂ ਮੈਂ ਜਿਵੇਂ ਤੁਹਾਨੂੰ ਸਬਜੈਕਟ ਵਾਈਜ਼ ਤਿਆਰੀ ਕਰਾਉਂਗੀ ਨਾਲ ਦੀ ਨਾਲ ਕਵਰ ਕਰਵਾਈ ਜਾਊਂਗੀ। ਫਿਰ ਆਉਂਦਾ ਸਾਇੰਸ ਐਂਡ ਟੈਕਨੋਲੋਜੀ, ਨੰਬਰ 2। ਥੋੜੇ ਘੱਟ ਕੁਐਸਚਨ ਆਉਂਦੇ ਨੇ ਕੰਪੈਰੀਟਿਵਲੀ ਬਾਕੀ ਉੱਪਰ ਵਾਲੇ ਸਬਜੈਕਟਾਂ ਤੋਂ, ਜਿਨ੍ਹਾਂ ਨੂੰ ਮੈਂ ਨੰਬਰ 1 ਕੈਟੇਗਰੀ ਤੇ ਰੱਖਿਆ। ਉਸ ਤੋਂ ਬਾਅਦ ਇਨਵਾਇਰਨਮੈਂਟ, ਕੰਪਿਊਟਰ ਦੋਨਾਂ 'ਚ ਆਉਣਾ, ਐਕਸਾਈਜ਼ 'ਚ ਵੀ ਥੋੜ੍ਹਾ ਜਿਹਾ ਆਉਣਾ, ਤੇ ਨਾਲ ਆਪਣੇ ਉੱਥੇ PCS ਦਾ ਜਿਹੜਾ ਸਾਇੰਸ ਵਾਲਾ ਪਾਰਟ ਹੈ ਉਹਦੇ ਐਂਡ ਤੇ ਵੀ ਪ੍ਰੀਲਿਮਸ ਦੇ ਸਿਲੇਬਸ ਵਿੱਚ ਮੈਂਸ਼ਨ ਇੱਕ ਲਾਈਨ ICT ਦੀ। ਸੋ ਨੰਬਰ 2 ਤੇ ਫਿਰ ਆਉਂਦਾ ਵਰਬਲ ਨਾਨ ਵਰਬਲ ਰੀਜ਼ਨਿੰਗ, ਕੁਆਂਟ। ਸੋ ਇਹਨਾਂ ਨੂੰ ਮੈਂ ਨੰਬਰ 2 ਤੇ ਤਾਂ ਰੱਖਿਆ ਕਿਉਂਕਿ ਸਿਵਲ ਸਰਵਿਸਿਜ਼ ਦੇ ਲਈ ਆਪਾਂ ਨੂੰ ਪਤਾ ਹੈ ਕਿ
ਇਹ ਹੁਣ ਕੁਆਲੀਫਾਈ ਹੋ ਚੁੱਕਿਆ ਹੈ। ਸੋ ਇਹਦੇ 'ਚ ਤੁਸੀਂ ਪ੍ਰਾਇਓਰਟਾਈਜ਼ ਕਰ ਸਕਦੇ ਹੋ, ਜਿੱਥੇ ਤੁਹਾਨੂੰ ਲੱਗਦਾ ਤੁਸੀਂ ਘੱਟ ਸਟਰੋਂਗ ਹੋ, ਜੇ ਤੁਹਾਨੂੰ ਮੈਥ ਵਿੱਚ ਵੀਕ ਹੋ, ਤੁਸੀਂ ਬਾਕੀ ਚੀਜ਼ਾਂ 'ਤੇ ਫੋਕਸ ਕਰ ਲਓ। ਸੋ ਉਸ ਤੋਂ ਬਾਅਦ ਆਉਂਦਾ ਆਪਣੇ ਕੋਲ ਨੰਬਰ 3 ਤੇ ਅਗੇਨ ਸਪੋਰਟਸ, ਸਿਨੇਮਾ, ਲਿਟਰੇਚਰ, ਜਿਹੜੀ ਸਟੈਟਿਕ ਜੀਕੇ ਦਾ ਪਾਰਟ ਹੈ। ਹੁਣ ਇਹ ਸਟੈਟਿਕ ਜੀਕੇ ਹੈ ਜਿਹੜੀ ਪੀਸੀਐਸ ਦੇ ਲਈ ਵੀ ਕਰਨੀ ਹੈ, ਕਿਉਂਕਿ ਇੱਕ ਦੋ ਕੁਐਸਚਨ ਪੀਸੀਐਸ ਦੇ ਵਿੱਚ ਵੀ ਸਟੈਟਿਕ ਜੀਕੇ 'ਚੋਂ ਆਉਂਦੇ ਨੇ, ਸਪੈਸ਼ਲੀ ਕਰੰਟ ਬੇਸਡ ਆਉਂਦੇ ਨੇ। ਸੋ ਇਹ ਤਾਂ ਗੱਲ ਹੋ ਗਈ ਜਿਹੜੇ ਕਾਮਨ ਸਬਜੈਕਟ ਨੇ, ਤੁਸੀਂ ਕਿਵੇਂ ਪ੍ਰਾਇੋਰਟੀ ਵਾਈਜ਼ ਇਹਨਾਂ ਨੂੰ ਕਵਰ ਕਰਨਾ ਹੈ। ਦੈਨ ਜਿਹੜੇ ਡਿਫਰੈਂਟ ਸਬਜੈਕਟ ਨੇ, ਸੋ ਜੇ ਕੋਈ ਸਟੂਡੈਂਟ ਇਕੱਲੇ ਪੀਸੀਐਸ ਦੀ ਤਿਆਰੀ ਕਰਨਾ ਚਾਹੁੰਦੇ ਨੇ, ਸੋ ਉਹਨਾਂ ਨੂੰ ਇਹ 3 ਸਬਜੈਕਟ ਐਕਸਟਰਾ ਤਿਆਰ ਕਰਨੇ ਪੈਣਗੇ। ਨੰਬਰ 1 ਪੋਲੀਟੀਕਲ ਥਿਊਰੀ, ਇੰਟਰਨੈਸ਼ਨਲ ਆਰਡਰ। ਸੋ ਜੇ ਤੁਸੀਂ ਐਕਸਾਈਜ਼ ਤੇ ਪੀਸੀਐਸ ਦੋਨੋਂ ਪੇਪਰ ਦੇ ਰਹੇ ਹੋ, ਤਾਂ ਮੈਂ ਇਹੀ ਸੁਜੈਸਟ ਕਰੂੰਗੀ ਕਿ ਤੁਸੀਂ ਪ੍ਰਾਇੋਰਟਾਈਜ਼ ਕਰੋ ਕਿ ਤੁਸੀਂ ਮੇਨ ਦੋਨੋਂ ਪੇਪਰਾਂ ਦੇ ਵਿੱਚੋਂ ਤੁਹਾਡੀ ਪ੍ਰਾਇੋਰਟੀ ਕੀ ਹੈ, ਤੁਹਾਡਾ ਮੇਨ ਤੁਸੀਂ ਫੋਕਸ ਕਿਹਨੂੰ ਦੇਣਾ ਚਾਹ ਰਹੇ ਹੋ। ਕਿਉਂਕਿ ਜਿਹੜਾ ਉੱਪਰ ਵਾਲੇ ਸਬਜੈਕਟਸ ਨੇ ਇਹ ਕਵਰ ਹੋ ਜਾਣਗੇ ਦੋਨਾਂ ਸਬਜੈਕਟਸ ਦੇ ਵਿੱਚ, ਪਰ ਕਿਤੇ ਨਾ ਕਿਤੇ ਹੁਣ ਗੱਲ ਆਉਂਦੀ ਹੈ ਇਹਨਾਂ 3 ਦੇ ਵਿੱਚੋਂ ਪਹਿਲੇ 2 ਸਬਜੈਕਟਸ ਦੀ, ਕਿਉਂਕਿ ਜਿਹੜੇ ਸਟੂਡੈਂਟਸ ਦੇ ਪੋਲੀਟੀਕਲ ਥਿਊਰੀ, ਵਰਲਡ ਹਿਸਟਰੀ ਕਲੀਅਰ ਹੈ, ਮੈਨੂੰ ਪਰਸਨਲੀ ਇਹੀ ਲੱਗਦਾ ਹੈ ਕਿ ਉਹੀ ਮੈਰਿਟ ਵਿੱਚ ਆਪਣੀ ਜਗ੍ਹਾ ਬਣਾਉਣਗੇ। ਸੋ ਇਹ 2 ਇਹੋ ਜਿਹੇ ਸਬਜੈਕਟ ਨੇ ਜਿਹੜੇ ਕਿ ਪੀਸੀਐਸ ਤੁਸੀਂ ਪ੍ਰੀਵੀਅਸ ਈਅਰ ਜਿੰਨੇ ਮਰਜ਼ੀ ਕੁਐਸਚਨ ਪੇਪਰ ਚੱਕ ਕੇ ਦੇਖ ਲਓ, ਸੋ ਮੇਨ ਡਿਫਰੈਂਟ ਕੁਐਸਚਨ ਇਹਨਾਂ ਚੋਂ ਆਉਂਦੇ ਨੇ। ਜਿਹੜੇ ਸਟੂਡੈਂਟ ਕਲੀਅਰ ਕਰਕੇ ਮੇਨਸ ਜਾਂਦੇ ਨੇ, ਇੰਟਰਵਿਊ ਜਾਂਦੇ ਨੇ, ਅੱਜ ਪੀਸੀਐਸ ਆਫੀਸਰ ਲੱਗੇ ਹੋਏ ਨੇ, ਜੇ ਤੁਸੀਂ ਉਹਨਾਂ ਦਾ ਸਾਰਿਆਂ ਦਾ ਇੱਕ ਬੈਕਗਰਾਉਂਡ ਦੇਖੋਗੇ ਤਾਂ ਉਹਨਾਂ ਨੇ ਇਹ 2 ਸਬਜੈਕਟ ਉੱਤੇ ਬਹੁਤ ਬਿਊਟੀਫੁਲੀ ਫੋਕਸ ਕਰਕੇ ਆਪਣੀ ਤਿਆਰੀ ਕੀਤੀ ਸੀ। ਸੋ ਪੋਲੀਟੀਕਲ ਥਿਊਰੀ ਇਹਦੀ ਆਪਾਂ ਨੇ ਤਿਆਰੀ ਕਰਨੀ ਹੈ ਐਨਸੀਈਆਰਟੀ ਦੇ ਵਿੱਚੋਂ, ਪ੍ਰੀਵੀਅਸ ਈਅਰ ਕੁਐਸਚਨ ਤੇ ਥਿਓਰੈਟੀਕਲ ਕੰਟੈਂਟ ਯੂਜੀਸੀ ਨੈਟ ਦਾ। ਸੋ ਜੇ ਤੁਸੀਂ ਮੇਰੇ ਨਾਲ ਤਿਆਰੀ ਕਰੋਗੇ, ਪੰਜਾਬ ਜੀਕੇ ਤੋਂ ਬਾਅਦ ਮੈਂ ਪੋਲੀਟੀਕਲ ਥਿਊਰੀ ਤੇ ਵਰਲਡ ਹਿਸਟਰੀ ਦੋਨੋਂ ਸਬਜੈਕਟ ਇਕੱਠੇ ਸ਼ੁਰੂ ਕਰਵਾਉਂਗੀ ਫਰਵਰੀ ਦੇ ਵਿੱਚ। ਸੋ 10 ਫਰਵਰੀ ਤੋਂ ਬਾਅਦ ਇਹਨਾਂ ਦੋਨੋਂ ਸਬਜੈਕਟ ਦਾ ਕੋਰਸ ਸ਼ੁਰੂ ਹੋਊਗਾ। ਸੋ ਇਹਦੇ 'ਚ ਆਪਾਂ ਪੂਰਾ ਦਾ ਪੂਰਾ ਯੂਜੀਸੀ ਨੈਟ ਲੈਵਲ ਦੇ ਕੁਐਸਚਨ ਦੇਖਾਂਗੇ ਪੋਲੀਟੀਕਲ ਥਿਊਰੀ ਦੇ, ਕਿਉਂਕਿ ਜੇ ਤੁਸੀਂ ਪੀਸੀਐਸ ਦੇ ਪ੍ਰੀਵੀਅਸ ਈਅਰ ਕੁਐਸਚਨ ਚੱਕ ਕੇ ਦੇਖੇ ਨੇ ਤਾਂ ਵਰਡਿੰਗ ਵੀ ਚੇਂਜ ਨਹੀਂ ਹੋਈ ਹੁੰਦੀ, ਆਪਸ਼ਨਸ ਵੀ ਨਹੀਂ ਬਦਲੀਆਂ ਹੁੰਦੀਆਂ, ਐਜ਼ ਇਟ ਇਜ਼ ਸੇਮ ਕੁਐਸਚਨ ਚੱਕ ਕੇ ਪਾਏ ਹੁੰਦੇ ਆ। ਫਿਰ ਵਰਲਡ ਹਿਸਟਰੀ ਦੇ ਵਿੱਚ ਵੀ ਸੇਮ ਐਗਜ਼ੈਕਟ ਵਰਡਿੰਗ ਓਲਡ ਐਨਸੀਈਆਰਟੀ ਬੇਸਡ ਵਰਲਡ ਹਿਸਟਰੀ 'ਚੋਂ ਪਾਈ ਜਾਂਦੀ ਹੈ। ਸੋ ਇਹ 2 ਸਬਜੈਕਟ ਬਹੁਤ ਇੰਪੋਰਟੈਂਟ ਨੇ। ਉਸ ਤੋਂ ਬਾਅਦ ਜੀਓਗ੍ਰਾਫੀ ਅਲੱਗ ਤੋਂ ਪੀਸੀਐਸ ਦੇ ਲਈ ਤੁਸੀਂ ਤਿਆਰ ਕਰਨਾ ਹੈ। ਦੈਨ ਇੰਟਰਪਰਸਨਲ ਸਕਿੱਲ ਕਮਿਊਨੀਕੇਸ਼ਨ। ਸੋ ਇਹਦੇ ਲਈ ਤੁਸੀਂ ਆਪਣੇ ਆਨਲਾਈਨ ਖੁਦ ਨੋਟਸ ਬਣਾ ਸਕਦੇ ਹੋ। ਮੈਕਗ੍ਰਿਲ ਪਬਲਿਸ਼ਰ ਦੀ ਇੱਕ ਬੁੱਕ ਹੈ, ਸੋ ਉਹਦੇ 'ਚ ਬਹੁਤ ਬਿਊਟੀਫੁਲੀ ਇਹ ਸਬਜੈਕਟ ਕਵਰ ਕੀਤਾ ਹੋਇਆ ਹੈ। ਸੋ ਯੂਪੀਐਸਸੀ ਦੇ ਸਿਲੇਬਸ ਦਾ ਪਾਰਟ ਹੈ, ਸੋ ਉੱਥੋਂ ਤੁਸੀਂ ਇਹਨੂੰ ਤਿਆਰ ਕਰ ਸਕਦੇ ਹੋ। ਬਾਕੀ ਜੇ ਤੁਸੀਂ ਮੇਰੇ ਨਾਲ ਕਿਸੇ ਕੋਰਸ ਵਿੱਚ ਇਨਰੋਲਡ ਹੋਗੇ ਤਾਂ ਤੁਹਾਨੂੰ ਇਹ ਸਬਜੈਕਟ ਦੀ ਤਿਆਰੀ ਵੀ ਮੈਂ ਕਰਵਾ ਦੂੰਗੀ। ਤੇ ਅਗੇਨ ਆਈ ਐਮ ਫੋਕਸਿੰਗ ਕਿ ਜਿਹੜੇ ਸਟੂਡੈਂਟ ਪੀਸੀਐਸ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਪੰਜਾਬ ਜੀਕੇ, ਪੋਲਿਟੀ, ਪੋਲੀਟੀਕਲ ਥਿਊਰੀ, ਵਰਲਡ ਹਿਸਟਰੀ, ਇਹ 4 ਸਬਜੈਕਟਸ ਤੁਹਾਡੀ ਟਿਪਸ ਤੇ ਹੋਣੇ ਚਾਹੀਦੇ ਨੇ। ਤੇ ਸਿਰਫ ਟਿਪਸ ਤੇ ਹੋਣ ਦਾ ਮਤਲਬ ਨਹੀਂ ਕਿ ਤੁਸੀਂ ਕਿਤੋਂ ਵੀ ਪੜ੍ਹ ਲਿਆ, ਇਹਨਾਂ ਨੂੰ ਤਿਆਰ ਕਿੱਥੋਂ ਕਰਨਾ ਹੈ। ਸੋਰਸਿਸ, ਵੈਸੇ ਸੋਰਸਿਸ ਦੀ ਜਿਵੇਂ ਮੈਂ ਪੰਜਾਬ ਜੀਕੇ ਦੀ ਵੀਡੀਓ ਪਾਈ ਸੀ, ਉੱਦਾਂ ਮੈਂ ਸਾਰੇ ਸਬਜੈਕਟਸ ਦੀ 1 ਬਾਏ 1 ਸੋਰਸਿਸ ਦੀ ਵੀਡੀਓ ਪਾਉਂਗੀ। ਸੋ ਮੈਂ ਟੈਲੀਗ੍ਰਾਮ ਦੇ ਵਿੱਚ ਵੀ ਕੁਝ ਲਿੰਕ ਸ਼ੇਅਰ ਕੀਤੇ ਨੇ, ਤੁਸੀਂ ਉੱਥੋਂ ਵੀ ਦੇਖ ਸਕਦੇ ਹੋ। ਮੇਨਸ ਆਨਸਰ ਰਾਈਟਿੰਗ ਮੈਂ ਸ਼ੇਅਰ ਕੀਤੀ ਹੋਈ ਹੈ। ਸੋ ਹੁਣ ਜਿਹੜੀ ਆਪਾਂ ਤਿਆਰੀ ਸ਼ੁਰੂ ਕਰ ਰਹੇ ਹਾਂ ਇਹਨਾਂ ਦੋਨਾਂ ਪੇਪਰਾਂ ਦੇ ਲਈ ਕੰਬਾਈਨਡ, ਸਭ ਤੋਂ ਪਹਿਲਾਂ ਮੈਂ ਸਬਜੈਕਟ ਵਾਈਜ਼ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਤਿਆਰੀ ਕਰਵਾ ਰਹੀ ਹਾਂ, ਕਿਉਂਕਿ ਕੁਝ ਸਟੂਡੈਂਟਸ ਹੁੰਦੇ ਨੇ ਜਿਹੜੇ ਕਿ ਇਕੱਠੇ ਪੇ ਨਹੀਂ ਕਰ ਸਕਦੇ ਪੈਸੇ, ਜਾਂ ਫਿਰ ਉਹਨਾਂ ਨੂੰ ਥੋੜੇ ਕਿਸੇ ਸਬਜੈਕਟ ਦੇ ਵਿੱਚ ਹੀ ਵੀਕਨੈਸ ਫੀਲ ਹੁੰਦੀ ਹੈ। ਸੋ ਮੰਨ ਲਓ ਕੋਈ ਸਟੂਡੈਂਟ ਦੀ ਪੋਲਿਟੀ ਦੀ ਬਹੁਤ ਵਧੀਆ ਤਿਆਰੀ ਹੈ, ਤਾਂ ਫਿਰ ਉਹਦੇ ਲਈ ਪੂਰਾ ਦਾ ਪੂਰਾ ਕੋਰਸ ਲੈਣਾ ਸਹੀ ਨਹੀਂ ਹੋਊਗਾ। ਸੋ ਤੁਸੀਂ ਉੱਥੇ ਸਬਜੈਕਟ ਵਾਈਜ਼ ਤਿਆਰੀ ਕਰ ਸਕਦੇ ਹੋ। ਸੋ ਆਪਾਂ ਪੰਜਾਬ ਜੀਕੇ ਤੋਂ ਸ਼ੁਰੂ ਕਰ ਰਹੇ ਹਾਂ। ਸੋ ਕਿਉਂਕਿ ਇਹ ਜਿਹੜਾ ਪੰਜਾਬ ਜੀਕੇ ਦਾ ਸਬਜੈਕਟ ਹੈ ਪੀਪੀਐਸਸੀ ਨੇ ਨਵਾਂ ਹਾਈਲਾਈਟ ਕੀਤਾ ਹੈ, ਮੇਨਸ 'ਚ ਐਡ ਕੀਤਾ ਹੈ। ਸੋ PSSB ਦੇ ਵਿੱਚ ਵੀ ਅਰਾਊਂਡ 20 ਕੁਐਸਚਨ ਆਉਣੇ ਨੇ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪੰਜਾਬ ਜੀਕੇ ਦੀ ਪੂਰੀ 100% ਤਿਆਰੀ ਹੋਣੀ ਚਾਹੀਦੀ ਹੈ। ਸੋ ਕੋਈ ਵੀ ਆਪਾਂ ਨੇ ਇਹਦਾ ਆਸਪੈਕਟ ਛੱਡਣਾ ਨਹੀਂ ਹੈ। ਸੋ ਅੱਜ ਰਾਤ 12 ਵਜੇ ਤੱਕ ਜੇ ਤੁਸੀਂ ਪੰਜਾਬ ਜੀਕੇ ਕੋਰਸ ਵਿੱਚ ਐਨਰੋਲ ਕਰਦੇ ਹੋ, ਜਿਹੜਾ ਨਿਊ ਈਅਰ ਆਫਰ ਹੈ ਉਹ ਵੈਲਿਡ ਰਹੂਗਾ। ਸੋ ਇਹ ਕੋਰਸ ਦਾ ਓਰੀਜਨਲ ਪ੍ਰਾਈਸ ਹੈ 1500, ਪਰ ਤੁਹਾਨੂੰ ਮਿਲ ਰਿਹਾ ਹੈ 1100 ਦੇ ਵਿੱਚ। ਨਾਲ ਇੱਕ ਹੋਰ ਮੈਂ ਆਫਰ ਲੈ ਕੇ ਆਈ ਹਾਂ, ਕਿਉਂਕਿ ਮੈਨੂੰ ਪਤਾ ਹੈ ਕਿ ਸਟੂਡੈਂਟਸ ਦੇ ਲਈ ਈਵਨ ਇਹ ਪੰਜਾਬ ਜੀਕੇ ਦਾ ਕੋਰਸ ਹੈ, ਚਾਹੇ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ 30 ਤੋਂ ਜ਼ਿਆਦਾ ਇੰਪੋਰਟੈਂਟ ਸੋਰਸਿਸ ਨੂੰ ਮੈਂ ਕੰਪਾਈਲ ਕਰਕੇ ਤਿਆਰੀ ਕਰਵਾਉਂਗੀ, ਬਟ ਕਈ ਵਾਰੀ ਸਟੂਡੈਂਟਸ ਹੁੰਦਾ ਕਿ ਸਾਨੂੰ ਕੁਝ ਹੋਰ ਆਫਰ ਵੀ ਚਾਹੀਦਾ ਨਾਲ। ਸੋ ਤੁਹਾਡੀ ਡਿਮਾਂਡ ਉੱਤੇ ਮੈਂ ਤੁਹਾਨੂੰ ਜਿਹੜੇ ਕਰੰਟ ਅਫੇਅਰ ਨੇ, ਉਹ ਜਿਹੜੇ ਵੀ ਸਟੂਡੈਂਟ ਪੰਜਾਬ ਜੀਕੇ ਬੈਚ ਵਿੱਚ ਐਨਰੋਲ ਕਰ ਰਹੇ ਨੇ, ਸੋ ਉਹਨਾਂ ਨੂੰ ਫ੍ਰੀਲੀ ਪ੍ਰੋਵਾਈਡ ਕਰਵਾ ਰਹੀ ਹਾਂ।
ਐਂਡ ਯੂ ਹੈਵ ਟੂ ਨੋਟ ਦਿਸ ਆਊਟ ਕਿ ਸਿਰਫ ਪੰਜਾਬ ਜੀਕੇ ਕੋਰਸ ਵਿੱਚ ਐਨਰੋਲ ਕਰਨ ਵਾਲੇ ਹੀ, ਇਸ ਤੋਂ ਬਾਅਦ ਜੇ ਤੁਸੀਂ ਕਿਸੇ ਹੋਰ ਸਬਜੈਕਟ ਦੇ ਕੋਰਸ ਵਿੱਚ ਐਨਰੋਲ ਕਰਦੇ ਹੋ ਸੋ ਉੱਥੇ ਫਿਰ ਤੁਹਾਨੂੰ ਕਰੰਟ ਅਫੇਅਰ ਫ੍ਰੀ ਨਹੀਂ ਮਿਲਣਗੇ। ਸੋ ਸਿਰਫ ਜਿਹੜੇ ਸਟੂਡੈਂਟਸ ਹੁਣ ਇਹ ਨਿਊ ਈਅਰ ਆਫਰ ਦੇ ਵਿੱਚ ਹੀ ਆਉਂਦਾ ਹੈ, ਪੰਜਾਬ ਜੀਕੇ ਕੋਰਸ ਵਿੱਚ ਐਨਰੋਲ ਕਰ ਰਹੇ ਨੇ, ਉਹਨਾਂ ਨੂੰ ਮੈਂ ਕਰੰਟ ਅਫੇਅਰ ਵੀ ਫ੍ਰੀਲੀ ਪ੍ਰੋਵਾਈਡ ਕਰਵਾ ਰਹੀ ਹਾਂ। ਸੋ ਵੀਡੀਓਜ਼ ਨੋਟਸ ਜਨਵਰੀ 2024 ਤੋਂ ਸ਼ੁਰੂ ਹੋ ਕੇ ਤੁਹਾਨੂੰ ਮਿਲਣਗੇ, ਯੂਪੀਐਸਸੀ ਲੈਵਲ ਦੇ ਮਿਲਣਗੇ, ਡੀਟੇਲ ਤੇ ਐਮਸੀਕਿਊ ਦੋਨੋਂ ਤਰੀਕੇ ਦੇ ਕਰੰਟ ਅਫੇਅਰ ਕਵਰ ਹੋਣਗੇ। ਬਾਕੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਜੇ ਤੁਹਾਨੂੰ ਕੋਈ ਵੀ ਹੋਰ ਡਾਊਟ ਹੈ ਦੋਨੋਂ ਐਗਜ਼ਾਮਸ ਤੋਂ, ਕੋਈ ਕੁਐਰੀ ਹੈ, ਤੁਹਾਨੂੰ ਕੋਈ ਫਾਰਮ ਭਰਦੇ ਹੋਏ ਦਿੱਕਤ ਆਉਂਦੀ ਹੈ, ਸੋ ਤੁਸੀਂ ਕਦੇ ਵੀ ਮੈਨੂੰ ਈਮੇਲ ਕਰ ਸਕਦੇ ਹੋ, ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰਕੇ ਉੱਥੇ ਡੀਐਮ ਕਰ ਸਕਦੇ ਹੋ। ਸੋ ਦੈਟ ਵਾਸ ਆਲ ਫॉर ਟੁਡੇ, ਥੈਂਕ ਯੂ ਐਂਡ ਗੁੱਡ ਲੱਕ।